टास्क टू द स्टेटमेंट है vehicle free day means the private cars, trucks and motorcycles are banned in city centers. Vehicle free मतलब बिना वाहन तो डे दिन का मतलब है कि प्राइवेट कार्स जे ट्रक या मोटरसाइकिल है सिटी दे अंदर नहीं आने चाहिए, उन्हां दी एंट्री बैन होनी चाहिए. Only the bus, bicycles and taxis are permitted in the city center. सिर्फ बसां, साइकिल ते टैक्सी ਜਿਹੜੀ सिटी ਦੇ अंडर ਜਿਹੜੀ परमिट की जानी चाहिए. Do you think the benefits outweigh the disadvantages? कि ਤੁਹਾਨੂੰ ਲੱਗਦਾ ਵੀ ਇਹਦੇ ਫਾਇਦੇ ਜ਼ਿਆਦਾ ਨੁਕਸਾਨ ਨਾਲ? ਹੁਣ ਕੱਲ ਆਪਾਂ ਜਿਹੜਾ ਐਸੇ ਕੀਤਾ ਸੀ ਉਹਦੇ ਵਿੱਚ ਆਪਾਂ ਦੋ ਐਡਵਾਂਟੇਜ ਤੇ ਇੱਕ ਡਿਸਐਡਵਾਂਟੇਜ ਦਿੱਤੀ ਸੀ. ਸੋ ਅੱਜ ਆਪਾਂ ਦੂਜੇ ਵਾਲਾ ਵੀ ਦੇਖ ਲਾਂਗੇ ਵੀ ਦੂਸਰਾ ਕਿੱਦਾਂ ਲਿਖਣਾ. ਦੋ ਡਿਸਐਡਵਾਂਟੇਜ ਲਿਖਣੀਆਂ ਆਪਾਂ ਅੱਜ ਤੇ ਇੱਕ ਐਡਵਾਂਟੇਜ ਲਿਖਣੀ. ਠੀਕ ਹੈ, ਉਸ ਅਕੋਰਡਿੰਗ ਹੁਣ ਐਸੇ ਨੂੰ ਪਲੈਨਿੰਗ ਕਰਨੀ ਆ. टास्क की स्टेटमेंट की समझ लग गई है. ਹੁਣ ਐਡਵਾਂਟੇजेस ਇਹਦੇ ਤੇ ਡਿਸਐਡਵਾਂਟੇजेस ਦੱਸੋ ਇਹਦੇ ਕੀ ਹੋ ਸਕਦੇ. ਐਡਵਾਂਟੇਜ ਐਂਡ ਡਿਸਐਡਵਾਂਟੇਜ ਕੀ ਹੋਣਗੇ ਇਹਦੇ? ਐਡਵਾਂਟੇਜ ਇਹ ਹੋਣਗੇ ਵੀ ਜ਼ਿਆਦਾ ਰਸ਼ ਨਾ ਹੋਏਗਾ, ਲੈਸ ਕਰਾਊਡ ਘੱਟ ਹੋਏਗਾ ਸੜਕਾਂ ਤੇ. ਲੈਸ ਕਰਾਊਡ ਹੋਰ ਪੋਲਿਊਸ਼ਨ ਵੀ ਘੱਟ ਹੋਏਗਾ, ਲੈਸ ਪੋਲਿਊਸ਼ਨ. less pollution. और कोई डिसएडवांटेज? डिसएडवांटेज जी ਹੁਣ ਜਿੱਦਾਂ ਸਪੋਜ਼ ਕਿਸੇ ਚੀਜ਼ ਦਾ ਕਿਸੇ ਐਸੇ ਦਾ ਟੌਪਿਕ ਨਹੀਂ ਆਉਂਦਾ ਉਸ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਪ੍ਰੈਕਟੀਕਲੀ ਫੇਸ ਕਰ ਲੈਣਾ. ਹੁਣ ਸਪੋਜ਼ ਤੁਸੀਂ ਆਉਂਦੇ ਜੇ ਕਲਾਸ ਲਗਾਉਣ ਆਉਣਾ ਤੁਸੀਂ ਸੈਂਟਰ ਦੇ ਵਿੱਚ ਇੰਸਟੀਚਿਊਟ ਆਉਣਾ ਤੁਸੀਂ ਕਲਾਸ ਲਗਾਉਣ, ਬਟ ਤੁਸੀਂ ਆਪਣੇ ਪ੍ਰਾਈਵੇਟ ਵਹੀਕਲ ਦੇ ਉੱਪਰ ਨਹੀਂ ਆ ਸਕਦੇ. ਕੀ ਪ੍ਰੋਬਲਮ ਫੇਸ ਕਰਨੀ ਪਊਗੀ ਤੁਹਾਨੂੰ ਉਹਦੀ? ਪਹਿਲਾਂ ਵੇਟ ਕਰਨੀ ਪਏਗੀ ਬੱਸ ਦੀ, ਫਿਰ ਆਪਾਂ ਐਗਜ਼ੈਕਟ ਟਾਈਮ ਨਹੀਂ ਮਤਲਬ ਪਹੁੰਚ ਨਹੀਂ ਸਕਦੇ ਆਪਾਂ, ਮਤਲਬ ਆਪਣੇ ਜਿਹੜੀ ਜੋ ਆਪਾਂ ਜਿੱਥੇ ਜੌਬ ਪਹੁੰਚਣਾ ਵਾ ਜੇ ਆਪਾਂ ਪ੍ਰੈਕਟੀਕਲ ਕਰਦੇ ਹਾਂ. ਮੰਨ ਲਓ ਆਪਾਂ ਜੇ ਸੈਂਟਰ ਪਹੁੰਚਣਾ ਵਾ, ਸਾਡੇ ਟਾਈਮਿੰਗ ਆ 9 ਵਜੇ ਦਾ ਤੇ ਬੱਸ ਜਿਹੜੀ ਉੱਥੇ ਚੱਲਦੀ ਹੈ 9:15 ਤੇ. ਠੀਕ ਆ, ਤੇ ਫਿਰ ਆਪਾਂ ਲੇਟ ਹੀ ਹੋਵਾਂਗੇ. ਇਹ ਸਾਡੇ ਵਾਸਤੇ ਸਭ ਤੋਂ ਵੱਡਾ ਡਿਸਐਡਵਾਂਟੇਜ ਇਹੀ ਆ ਕਿ ਸਾਨੂੰ ਮਤਲਬ ਟਾਈਮ waste of time. Non-availability of sufficient number of vehicles leads to wastage of precious time. यानी ये साडा कीमती समा ਜਿਹੜਾ ਉਹ ਵੇਸਟ ਹੋ ਜਾਂਦਾ ਕਿਉਂਕਿ ਚੰਗੇ ਨੰਬਰ ਨਹੀਂ ਪ੍ਰੈਜ਼ੈਂਟ, ਮਤਲਬ ਬੱਸਾਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਨਹੀਂ ਹੈਗੀ. ਹੋਰ ਡਿਸਐਡਵਾਂਟੇਜ ਦੋ ਲਿਖਣੇ ਆਪਾਂ ਦਾ, ਹੋਰ ਦੱਸੋ ਡਿਸਐਡਵਾਂਟੇਜ. ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਲਈ ਟਾਈਮ ਜ਼ਿਆਦਾ ਹੀ ਲੱਗੇਗਾ. ਫਿਰ ਕਿ ਜੇ ਆਪਣੇ ਬਾਈਕ ਨਾ ਹੋਏਗੀ ਤੇ ਸਾਨੂੰ ਕਿਸੇ ਚੀਜ਼ ਦੀ ਵੇਟ ਕਰਨੀ ਪਏਗੀ ਤੇ ਹੋ ਸਕਦਾ ਆਟੋ ਰਿਕਸ਼ੇ ਦੇ ਟਾਈਮ ਸੇਮ ਚੀਜ਼ ਹੋ ਗਈ, ਟਾਈਮ ਵੇਸਟ ਹੋ ਰਿਹਾ. ਹੁਣ ਇੱਥੇ ਇੱਕ ਚੀਜ਼ ਲਿਖੀ ਹੈ ਸਿਰਫ ਸਿਟੀ ਦੇ ਅੰਦਰ, ਸਿਟੀ ਸੈਂਟਰ ਦੇ ਵਿੱਚ. ਜੇ ਤੁਸੀਂ ਬਾਹਰ ਜਾਣਾ ਤਾਂ ਉਹਦੇ ਵਾਸਤੇ ਤੁਹਾਡੇ ਕੋਲ ਹੈਗੀ ਹੈ ਕਾਰ. ਇੱਥੇ ਚੀਜ਼ ਲਿਖੀ ਆ ਇਨ ਦਾ ਸਿਟੀ ਸੈਂਟਰ, ਸਿਟੀ ਦੇ ਅੰਦਰ. ਟਰੱਕਸ ਨਹੀਂ ਪਰਮਿਟ ਹੋਣਗੇ ਸਿਟੀ ਦੇ ਅੰਦਰ, ਬੱਸ ਬਾਈਸਾਈਕਲ ਤੇ ਟੈਕਸੀ ਅਵੇਲੇਬਲ ਹੈ. ਜਿਹੜੀ ਇੰਡਸਟਰੀ ਆ ਸਾਰੀ ਸ਼ਾਪਿੰਗ ਮਾਲਸ ਆ ਉਹ ਸਾਰੇ ਫਿਰ ਸਿਟੀ ਤੋਂ ਬਾਹਰ ਮੂਵ ਕਰ ਜਾਣਗੇ. ਹਾਂਜੀ,
क्योंकि इंडस्ट्री के लिए ਉਹਦਾ रॉ मटीरियल ਉਹਦੇ ਫਿਨਿਸ਼ਡ ਪ੍ਰੋਡਕਟਸ ਖੜਨ ਦੇ ਲਈ ਟਰੱਕਸ ਦੀ ਜ਼ਰੂਰਤ ਹੈ। ਠੀਕ ਹੈ ਨਾ। ਸ਼ਾਪਿੰਗ ਮਾਲਸ ਦੇ ਵਿੱਚ ਵੀ ਸਟਾਕ ਫਿਲ ਕਰਨ ਦੇ ਲਈ ਬਹੁਤ ਸਾਰਾ ਸਟਾਕ ਆਉਂਦਾ ਟਰੱਕਸ ਦੇ ਵਿੱਚ ਆਉਂਦਾ, ਬਟ ਸਿਟੀ ਦੇ ਅੰਦਰ ਜੇ ਟਰੱਕ ਪਰਮਿਟ ਹੀ ਨਹੀਂ ਆ, ਸਿਟੀ ਦੇ ਅੰਦਰ ਜੇ ਟਰੱਕ ਪਰਮਿਟਡ ਹੀ ਨਹੀਂ ਆ ਤੇ ਉਹ ਸਾਰੇ ਆਪਣਾ ਸਟਾਕ ਕਿੱਦਾਂ ਲਿਆਉਣਗੇ, ਜਿਹਦੇ ਕਰਕੇ ਸਿਟੀ ਦੇ ਬਾਹਰ ਮੂਵ ਕਰਨੇ ਪੈਣਗੇ। ਇੰਡਸਟਰੀ ਸ਼ਾਪਿੰਗ ਮਾਲ ਜਿਹੜੀਆਂ ਸਿਟੀ ਦੇ ਬਾਹਰ ਮੂਵ ਕਰਨੇ ਪੈਣਗੇ, ਜਿਹਦੇ ਕਰਕੇ ਪੀਪਲ ਜਿਹੜੇ ਆ ਉਹ ਸਿਟੀ ਤੋਂ ਬਾਹਰ ਰਸ਼ ਕਰਨਗੇ। ਹੁਣ ਇੱਥੇ ਇਹ ਵੀ ਲੈ ਸਕਦੇ ਆਪਾਂ would prove expensive, ਖਰਚੀਲੇ ਵਾਲਾ ਕੰਮ ਵੀ ਇਹ ਸਾਬਿਤ ਹੋ ਸਕਦਾ। ਉਹ ਇੱਕ ਰੀਜ਼ਨ ਹੋ ਗਿਆ ਵੀ ਇੰਡਸਟਰੀ ਤੇ ਸ਼ਾਪਿੰਗ ਮਾਲਸ ਬਾਹਰ ਚੱਲ ਜਾਣਗੇ, ਠੀਕ ਹੈ, ਜਿਹਦੇ ਕਰਕੇ ਲੋਕੀ ਬਾਹਰ ਜਾਣਗੇ, ਉਹਨਾਂ ਨੂੰ ਜਿਹੜੀਆਂ ਆਪਣੇ ਪ੍ਰਾਈਵੇਟ ਕਾਰਸ ਤੇ ਜਾਣਾ ਪਊਗਾ, ਜਿਹਦੇ ਕਰਕੇ ਸ਼ਾਪਿੰਗ ਮਟੀਰੀਅਲ ਖਰੀਦਣ ਦੇ ਵਾਸਤੇ ਉਹਨਾਂ ਨੂੰ ਬਾਹਰ ਜਾਣਾ ਪਊਗਾ ਤੇ ਉਹਨਾਂ ਦਾ ਫਿਊਲ ਵਾਹੀਕਲਸ ਵਗੈਰਾ ਉਹ ਜ਼ਿਆਦਾ ਲੱਗੇਗਾ। ਇਹ ਲਿਖ ਸਕਦੇ ਹੋ। ਇਸ ਪੁਆਇੰਟ ਤੇ ਸਮਝ ਲੱਗੀ ਕਿ ਨਹੀਂ ਲੱਗੀ? ਯੈਸ ਸਰ। ਹੁਣ ਇੱਧਰ ਐਡਵਾਂਟੇਜ ਵੱਲ ਆ ਜਾਂਦੇ ਆ। ਲੈਸ ਪੋਲਿਊਸ਼ਨ ਆਪਾਂ ਮੇਨ ਐਡਵਾਂਟੇਜ ਰੱਖਦੇ ਹਾਂ ਕਿ ਪੋਲਿਊਸ਼ਨ ਜਿਹੜਾ ਘਟ ਜਾਏਗਾ। ਹੁਣ ਕਿਸ ਤਰੀਕੇ ਨਾਲ? more usage of public transport and bicycle, ਇਹਦੇ ਨਾਲ ਕੀ ਹੋਊਗਾ? ਜ਼ਿਆਦਾ ਰਿਡਿਊਸ ਕਾਰਬਨ ਐਮਿਸ਼ਨ ਤੇ less air pollution, less noise pollution। ਇਸੇ ਨਾਲ ਹੀ ਫਿਰ great health। ਹੁਣ ਹੈਲਥ ਵਾਲੇ ਨੂੰ ਜ਼ਿਆਦਾ ਆਪਾਂ ਡਿਸਕ੍ਰਾਈਬ ਨਹੀਂ ਕਰਾਂਗੇ ਕਿਉਂਕਿ ਆਪਾਂ ਐਡਵਾਂਟੇਜ ਸਿਰਫ ਇੱਕ ਹੀ ਰੱਖਣ ਦੀ ਕੋਸ਼ਿਸ਼ ਕਰਾਂਗੇ। ਇਹ ਹੋ ਗਿਆ ਲੈਸ ਪੋਲਿਊਸ਼ਨ ਦੇ ਐਡਵਾਂਟੇजेस, ਉਹਨੂੰ ਐਕਸਪਲੇਨ ਕਰਤਾ ਵੀ ਪੋਲਿਊਸ਼ਨ ਕਿੱਦਾਂ ਘੱਟ ਹੋਊਗਾ ਤੇ ਉਹਦਾ ਰਿਜ਼ਲਟ ਦੱਸਤਾ ਲਾਸਟ ਤੇ। ਇੱਥੇ ਦੱਸਤਾ ਫਿਰ ਡਿਸਐਡਵਾਂਟੇਜ ਦਾ ਵੀ ਜੇ ਬੱਸਿਸ ਤੇ ਟੈਕਸੀਜ਼ ਦੇ ਉੱਪਰ ਡਿਪੈਂਡੈਂਟ ਰਹੇਗਾ ਤੇ ਉਹ ਪਬਲਿਕ ਟਰਾਂਸਪੋਰਟ ਦੀ ਵੇਟ ਕਰਨੀ ਪਏਗੀ। ਜੇ ਨੰਬਰ ਉਹਨਾਂ ਦਾ ਸਫੀਸ਼ੀਐਂਟ ਨਹੀਂ ਹੋਊਗਾ ਤੇ ਸਾਨੂੰ ਕਾਫੀ ਟਾਈਮ ਸਾਡਾ ਉੱਥੇ ਵੇਸਟ ਹੋ ਸਕਦਾ। ਠੀਕ ਆ। could prove expensive, ਇੰਡਸਟਰੀ ਸ਼ਾਪਿੰਗ ਮਾਲ ਜਿਹੜੇ ਸਿਟੀ ਤੋਂ ਬਾਹਰ ਚੱਲ ਜਾਣਗੇ ਤੇ ਲੋਕਾਂ ਨੂੰ ਉੱਥੇ ਜਾਣ ਵਾਸਤੇ ਆਪਣੇ ਪ੍ਰਾਈਵੇਟ ਵਾਹੀਕਲਸ ਦਾ ਇਸਤੇਮਾਲ ਕਰਨਾ ਪਏਗਾ ਤੇ ਜਿਹਦੇ ਕਰਕੇ ਹਾਈਵੇਜ਼ ਦੇ ਉੱਪਰ ਬਹੁਤ ਜ਼ਿਆਦਾ ਰਸ਼ ਹੋ ਜਾਊਗਾ। ਠੀਕ ਹੈ। ਹੁਣ ਇਹਦੀ ਐਗਜ਼ਾਮਪਲ ਦਿੱਲੀ ਸਿਟੀ ਦੇ ਵਿੱਚ ਲਾਂਚ ਹੋਇਆ। ਜਿਹਦੇ ਨਾਲ ਉੱਥੇ ਜਿਹੜੇ ਆ ਲੋਕਾਂ ਦਾ ਕਹਿਣਾ ਸੀਗਾ, ਲੋਕੀ एग्जाम्पल आ गई भी लोगों ने उत्थे दसिया वा भी जे उन्होंने बसां की क्वांटिटी उत्थे घट है जिहड़े कि उन्होंने करियर वास्ते बहुत खतरनाक है क्योंकि वो ऑफिस दे विच रेगुलरली लेट पहुंचते।
ਇੱਥੇ एग्जाम्पल बर्लिन सिटी ਦੀ ਦੇ ਦਿੰਦੇ ਜਰਮਨੀ ਦੇ ਵਿੱਚ ਵੀ ਉੱਥੇ ਸਿਰਫ ਬਾਈਸਾਈਕਲ ਪਰਮਿਟ ਆ ਬਰਲਿਨ ਸਿਟੀ ਦੇ ਵਿੱਚ ਸਿਰਫ ਸਾਈਕਲ ਅਲਾਉਡ ਆ ਜਿਸ ਕਰਕੇ ਉੱਥੇ ਫਰੈਸ਼ 에ਅਰ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਅਵੇਲੇਬਲ ਹੈ ਕਲੀਅਰ ਹੈ ਇਹਦਾ ਪੁਆਇੰਟਸ ਕਲੀਅਰ ਹੋ ਗਏ ਦੋਵਾਂ ਦੇ ਹਾਂਜੀ ਸਰ ਹੁਣ ਇਹਦਾ ਸਟਰਕਚਰ ਫੇਰ ਕੱਲ ਵਾਲਾ ਹੀ ਰਹੂਗਾ ਜਸਟ ਬੋਡੀ ਪੈਰਾਗ੍ਰਾਫ ਦੇ ਵਿੱਚ ਚੇਂਜ ਆਏਗਾ ਇੰਟਰੋਡਕਸ਼ਨ ਫਸਟ ਪੁਆਇੰਟ ਪੈਰਾਫ੍ਰੇਜ਼ਿੰਗ ਸੈਕੰਡ ਪੁਆਇੰਟ ਥੀਸਿਸ ਜਿੱਦਾਂ ਕੱਲ ਲਿਖੇ ਸੀ ਉਦਾਂ ਹੀ ਲਿਖਿਓ ਆਊਟਲਾਈਨ ਹੁਣ ਇੱਥੇ ਬੋਡੀ ਪੈਰਾਗ੍ਰਾਫ 1 ਇਹਦੇ ਵਿੱਚ ਹੁਣ point 1 explain example body paragraph 2 ਸਰ ਬੋਡੀ ਪੈਰਾਗ੍ਰਾਫ 1 ਜਿਹੜਾ ਹੁਣ ਡਿਸਐਡਵਾਂਟੇਜ ਦਾ ਹੀ ਬਣਾਉਣਾ ਨਾ ਹਾਂਜੀ ਐਡਵਾਂਟੇਜ ਦਾ 2 ਬਣਾਉਣਾ ਆ ਇਹਦਾ ਸਟਰਕਚਰ ਰਹੇਗਾ ਹੁਣ ਇੱਥੇ ਜਿਹੜੇ ਬੋਡੀ ਪੈਰਾਗ੍ਰਾਫ 1 ਜਿਹੜੇ ਆ ਡਿਸਐਡਵਾਂਟੇजेस ਰੱਖਣੇ ਤੁਸੀਂ ਤੇ ਇੱਥੇ ਬੋਡੀ ਪੈਰਾਗ੍ਰਾਫ 2 ਦੇ ਵਿੱਚ ਜਿਹੜਾ ਐਡਵਾਂਟੇਜ ਰੱਖਣਾ ਕਿਉਂਕਿ ਸਟਰੋਂਗਰ ਸੈਕਸ਼ਨ ਪਹਿਲਾਂ ਰੱਖਣਾ ਹੁਣ ਇਹਦੇ ਵਿੱਚ ਆ ਜਿਹੜਾ ਪੁਆਇੰਟ 1 ਆ ਠੀਕ ਆ ਆ ਜਿਹੜਾ point 2 ਤੇ this is point 3 ਇਹਦੀ explanation ਹੋ ਜੂਗੀ ਆ ਇਹਦੀ explanation and last the example ਫਿਰ ਆ ਪੂਰੀ ਦੀ ਪੂਰੀ explanation ਤੇ last ਤੇ example clear ਹੈ task ਸਾਰਿਆਂ ਨੂੰ ਸਰ Yes, ਜਿਹੜੇ sir. ਇੰਟਰੋ ਸਰ ਹਾਂਜੀ ਜਿਹੜਾ ਇੰਟਰੋ ਪਾਰਟ ਆ ਉਹਦੇ ਵਿੱਚ ਜਿਹੜੇ 3 ਪੁਆਇੰਟ ਆ ਉਹਦੇ ਵਿੱਚ ਪੈਰਾ ਵਿੱਚ ਕੀ ਮੈਂਸ਼ਨ ਕਰਨਾ ਮੈਨੂੰ ਇੱਕ ਵਾਰੀ ਦੱਸਿਓ ਪੈਰਾਫ੍ਰੇਜ਼ਿੰਗ ਹੁੰਦੀ ਆ ਕਿ ਜੋ ਉੱਪਰ ਸਟੇਟਮੈਂਟ ਗਿਵਨ ਆ ਵਾਹੀਕਲ ਫ੍ਰੀ ਤੋਂ ਲੈ ਕੇ ਇੱਥੋਂ ਸਿਟੀ ਸੈਂਟਰ ਤੱਕ ਜੋ ਸਟੇਟਮੈਂਟ ਗਿਵਨ ਆ ਉਹਨੂੰ ਆਪਣੇ ਵਰਡਿੰਗ ਦੇ ਵਿੱਚ ਲਿਖਣਾ ਮੀਨਿੰਗ ਇਹੋ ਹੀ ਰਹਿਣਾ ਚਾਹੀਦਾ ਇਹਦਾ ਬਟ ਵਰਡਿੰਗ ਇੱਥੇ ਆਪਣੀ ਹੋਣੀ ਚਾਹੀਦੀ ਸਾਰੀ ਜਿੱਦਾਂ ਇੱਥੇ ਆ ਇਹਨੂੰ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ ਆਪਾਂ ਲਿਖ ਦਿੰਦਾ ਮੈਨੂੰ
आज होगी पैराफ्रेजिंग। हुण जो ऊपर लिखिया ਉਹੀ चीज़ इत्थे लिखी है। ऊपर सीगा भी व्हीकल फ्री डे का मतलब है प्राइवेट कार्स ट्रक्स ते मोटरसाइकल्स जिहड़े आ सिटी के अंदर बैन कर दिते जाने चाहिए आ ते सिर्फ बसां बाईसाइकल ते टैक्सी ही जिहड़ी सिटी के अंदर अलाउड होनी चाहिए। यही चीज़ इत्थे गिवन आ। टोटल बैन ऑफ प्राइवेट व्हीकल, प्राइवेट एंड हैवी ड्यूटी व्हीकल्स, प्राइवेट यानी कि प्राइवेट कार्स हो गई, मोटरसाइकल्स हो गए, हैवी ड्यूटी व्हीकल्स हो गए, ट्रक्स विद इन द सिटी के अंदर इज द ट्रू आइडेंटिटी ऑफ व्हीकल फ्री डे। यही सही निशानी है ਉਹਦੀ ਜੇ टोटल बैन करते हैं यही सही निशानी है व्हीकल फ्री डे की। एंड ओनली पब्लिक ट्रांसपोर्टेशन एंड फ्यूल फ्री ट्रांसपोर्टेशन, पब्लिक ट्रांसपोर्ट यानी कि बसेस टैक्सीज ते फ्यूल फ्री ट्रांसपोर्टेशन सच एज बाइक साइकिल एग्जांपल देती ना शुड बी अलाउड टू एंटर सिटीज विसिनिटी। सिर्फ यही चीज़ जिहड़े आ सिटी के अंदरले एरिया दे विच अलाउड होनी चाहिए। सो ये हो गई ਇਹਦੀ पैराफ्रेजिंग। क्लियर हो गया? यस सर। इस तरीके नाल बनाने हैं वर्ड्स वक्रे यूज करके। हुण अगे दी जिहड़ी थीसिस ते आउटलाइन स्टेटमेंट आ थीसिस ते आउटलाइन स्टेटमेंट आ गई। ਹੁਣ ਕੱਲ ਆਪਾਂ ਕੀਤੇ ਸੀ ਮੈਰਿਟਸ ਜ਼ਿਆਦਾ ਯਾਨੀ ਕਿ ਫਾਇਦੇ ਜ਼ਿਆਦਾ ਸੀ, ਆਪਾਂ ਇੱਥੇ ਮੈਰਿਟਸ ਲਿਖਿਆ ਸੀ। ਹੁਣ ਜਿਹੜੀ ਚੀਜ਼ ਜ਼ਿਆਦਾ ਹੋਊਗੀ ਉਹ ਪਹਿਲਾਂ ਲਿਖਣੀ ਹੈ। ਤਾਂ ਡੀਮੈਰਿਟਸ ਆਫ ਦਿਸ ਕਲੀਅਰਲੀ overshadow merits which I will discuss in upcoming paragraphs. clear है? पैरा इंट्रोडक्शन सारी बनाती है। ਹੁਣ ਤੁਸੀਂ ਬॉडी पैराग्राफ 1 2 ਦੇ ਕਨਫਿਊਜ਼ਨ ਬਣਾਉਣਾ। ਚਲੋ ਕਰੋ ਇਸ ਐਸੇ ਨੂੰ जीटी ਦੀ ਲੈਟਰ ਕਰਾ ਦਿੰਦਾ ਪਹਿਲਾਂ, ਇਸ ਤੋਂ ਬਾਅਦ